ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਭਾਗ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਕਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਇਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪੁਰਾਂ ਦੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਪਰਿਆਰੇ। ਧਰ ਜਿਅਰੇ ਇਕ ਟੇਕ ਤੋਂ ਲਾਹੇ ਵਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ आप लिखो तुम कथा सुधारी। आप लिखो तुम कथा सुधारी। वाहिगुरु जी का खालसा वाहिगुरु जी परम सामान्य युगो युग टल सबदा अवतार शांति ਦੀ ਪੁੰਜ। ਅੰਮ੍ਰਿਤ ਦੇ ਸੋਮੇ ਗਿਆਨ ਦੇ ਮਹਾਨ ਸਾਗਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੋੜੀ ਸਰਬੱਤ ਸੰਗਤ ਮਾਈ ਪਾਈ। आओ सारे रल मिल के रोजाना की तरह गुरबाणी की अमृत विचार साझी करने की कोशिश करिए। गुरबाणी की पाक पवित्र विचार ਸਰਵਣ ਕਰਨ ਤੋਂ ਪਹਿਲਾਂ
आओ सारे एक बारी एकाग्रचित हो के आखिए सतनाम श्री वाहिगुरू। विचार लई बाणी का मूल पाठ इस प्रकार है। वाहिगुरु जी श्लोक महला तीजा। जिने नाम विसारिया कूड़े कहण कहना। जिने नाम विसारिया कूड़े कहण कहना। पंच चोर तिना कर मोहन ओ मैं अंदर सन। साकत मुठे दुर्मति हर रस ना जानन। जिन्नी अमृत परम लुटाया बिकस्यों रचे रचन। दुष्टां सिद्धि बिरहड़ी जन स्यो वाद करन। नानक साकत नरक में जम बदे दुख सहना। पया किरत कमाम दे जिव राखे तिवै रहन। महला तीजा। जिने सतगुर सेविया तान निताणे तिस। सास गिरास सदा मन वसै जम जोहे न सकै तिस। हृदय हर हर नाम रस कबला सेवक तिस। हर दासां का दास होए परम पदारथ तिस। नानक मन तन जिस प्रभ वसै हाँ सतगुर बाणै तिस। जिनका पूर्व लिखिया रस संत जना स्यों तिस। पौड़ी जो बोले पूरा सतगुरु सो परमेश्वर सुनिया। सोई वरत्या जगत में घाट घाट मुख भणिया। बहुत बड़ियाइयां सहबै नह जाही गणिया। सच सहज आनंद सतगुरु पास सच्ची गुरमणिया। नानक संत सवारे पार ब्रह्म सच्चे ज्यों बनिया। नानक संत सवारे पार ब्रह्म सच्चे ज्यों बनिया। वाहिगुरु जी का खालसा वाहिगुरु जी परम सम्मानयोग सतगुरु जी के पावन पवित्र चरण कमलों विखे विराजमान सुशोभित सुभाईमान सत्कारयोग सरबत संगत माई पाई। ये पावन पवित्र बाणी जो हुए ही पढ़ी गई है ते आप सारे ने बहुत ही ध्यान नाल एकाग्रचित हो के इस बाणी नूं सरवण कीता सुने। आप सारिया संगतां दा बहुत बहुत कोटन कोट धन्यवाद है। आप जी ने
ਘਰ ਤੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਤਿਗੁਰੂ ਜੀ ਦੀ ਬਾਣੀ ਨੂੰ ਸਰਵਣ ਕੀਤਾ ਹੈ। ਬਿਲਾਵਲ ਕੀ ਵਾਰ ਮਹੱਲਾ ਚੌਥਾ। ਇਸ ਸਿਰਲੇਖ ਹੇਠ ਅਸੀਂ ਪਿਛਲੇ ਕਈ ਦਿਨਾਂ ਤੋਂ ਬਿਲਾਵਲ ਰਾਗ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜਿਹੜੀ ਵਾਰ ਉਚਾਰਨ ਕੀਤੀ ਹੋਈ ਹੈ, ਹੁਣ ਅਸੀਂ ਪੜ੍ਹਦੇ ਵਿਚਾਰਦੇ ਆ ਰਹੇ ਹਾਂ, ਸਾਰੇ ਹੀ ਰਲ ਮਿਲ ਕੇ। ਤੇ ਅੱਜ ਇਸ ਵਾਰ ਦੀ ਇਹ 12 ਨੰਬਰ ਪੌੜੀ ਸ਼ਲੋਕਾਂ ਸਹਿਤ ਪੜ੍ਹੀ ਹੈ। ਅੱਜ ਦੀ ਇਸ ਪੌੜੀ ਦੇ ਨਾਲ ਜਿਹੜੇ ਸ਼ਲੋਕ ਅਸੀਂ ਪੜ੍ਹੇ ਹਨ, ਉਹ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਤੇ ਇਹ ਜਿਹੜੀ ਬਾਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਪੰਨਾ 853 ਉੱਪਰ ਸੁਸੋਭਿਤ ਹੈ। ਅੱਜ ਦੀ ਇਸ ਬਾਣੀ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਔਰ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸ਼ਲੋਕ ਮਹੱਲਾ ਤੀਜਾ। ਇਹ ਜਿਹੜਾ ਸ਼ਲੋਕ ਹੈ, ਇਹ ਮਹੱਲੇ ਤੀਜੇ ਦਾ ਉਚਾਰਨ ਕੀਤਾ ਹੋਇਆ। ਮਹੱਲੇ ਤੀਜੇ ਤੋਂ ਭਾਵ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੀ ਪਾਤਸ਼ਾਹੀ ਉਚਾਰਨ ਕੀਤਾ। ਇਸ ਸ਼ਲੋਕ ਵਿੱਚ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਧਿਆਨ ਦੇ ਨਾਲ ਬਾਣੀ ਵਿਚਾਰ। ਸਤਿਗੁਰੂ ਜੀ ਦਾ ਫਰਮਾਨ ਹੈ, ਕਹਿੰਦੇ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਾਣ। ਜਿਨੀ ਨਾਮ ਵਿਸਾਰਿਆ ਕੀ ਹੁੰਦਾ ਹੈ? ਜਿਨ੍ਹਾਂ ਨੇ ਰੱਬ ਦਾ ਨਾਮ ਭੁਲਾ ਦਿੱਤਾ। ਰੱਬ ਦਾ ਨਾਮ ਤਾਂ ਭੁੱਲਦਾ ਹੈ ਜੇ ਰੱਬ ਭੁੱਲ ਜਾਂਦਾ ਹੈ। ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਭੁੱਲ ਹੀ ਗਏ ਬਸ। ਜਿਵੇਂ ਕੋਈ ਆਮ ਚੀਜ਼ ਹੁੰਦੀ ਹੈ, ਅਸੀਂ ਕਹਿੰਦੇ ਮੈਂ ਤਾਂ ਭੁੱਲ ਹੀ ਗਿਆ, ਮੇਰੇ ਯਾਦ ਹੀ ਨਹੀਂ ਰਹੀ, ਮੇਰੇ ਚੇਤਿਆਂ ਵਿੱਚੋਂ ਨਿਕਲ ਗਈ, ਮੇਰੀ ਯਾਦ ਦੇ ਵਿੱਚੋਂ ਨਿਕਲ ਗਈ, ਮੈਂ ਭੁੱਲ ਹੀ ਗਿਆ। ਦੇਖਣ ਵਾਲੀ ਇਹ ਗੱਲ ਹੈ ਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਹੜੀਆਂ ਭੁੱਲਦੀਆਂ ਹੀ ਨਹੀਂ ਹੈ। ਹਰ ਸਮੇਂ ਸਾਡੀ ਯਾਦ ਹੀ ਰਹਿੰਦੀ ਹੈ। ਗੁਰਬਾਣੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਸੀਂ ਵਾਹਿਗੁਰੂ ਪੜ੍ਹਿਆ ਕਹਿੰਦੇ ਮਾਇਆ ਮਨੋ ਨਾ ਵਿਸਰੈ। ਮਾਇਆ ਜਿਹੜੀ ਹੈ ਨਾ, ਮਨ ਦੇ ਵਿੱਚੋਂ ਕਦੇ ਭੁੱਲਦੀ ਨਹੀਂ ਹੈ।
हर समय ही याद आती, हर समय चलते, उठद्या बैठद्या हसद्या खेलद्या हर समय माया। पर इधर गल हो रही है परमात्मा के नाम की। परमात्मा का नाम ही भुल गया, परमात्मा ही भुल गया। जिस परमात्मा तो बिना साडा एक सेकंड भी नहीं सरदा। पानी तो बिना असीं कई घंटे कढ़ सकते हैं, रोटी तो बिना असीं कई दिन जीउंदे रह सकते, पर जिहड़ा असीं साह लैंदे हां ਵੱਧ ਤੋਂ ਵੱਧ ਅਸੀਂ 3 ਮਿੰਟ ਜੁੜੇ ਰਹਿ ਸਕਦੇ ਹਾਂ ਜੇ ਸਾਹ ਨਾ ਲਈਏ। 3 ਮਿੰਟ 3 ਮਿੰਟ ਵੀ ਕਾਫੀ ਲੰਮਾ ਸਮਾਂ ਹੁੰਦਾ ਹੈ। 3 ਮਿੰਟਾਂ ਦੇ ਵਿੱਚ ਕਾਰ ਵਿੱਚ ਬੈਠਿਆ ਹੋਇਆ ਬੰਦਾ ਜੀਰਕਪੁਰ ਤੋਂ ਵੀ ਅੱਗੇ ਲੰਘ ਜਾਂਦਾ। ਖਾਸਾ ਸਮਾਂ ਹੈ। ये परमात्मा भुल जाइए या परमात्मा सानू भुल जाए। जे साडा जिहड़ा दिल साडा चल रहा है ना, हार्ट, एक सेकंड लई रुक जाए, एक सेकंड लई, ਅਸੀਂ ਕਹਾਂਗੇ 1 ਸਕਿੰਟ ਤਾਂ ਕੋਈ ਖਾਸ ਨਹੀਂ ਹੁੰਦਾ, ਇਹਦੇ ਵਿੱਚ ਕੀ ਫਰਕ ਪੈਂਦਾ ਹੈ। 1 ਸਕਿੰਟ ਲਈ ਰੁਕ ਜਾਏ ਬੰਦਾ ਉੱਥੇ ਹੀ ਡਿੱਗ ਪਏਗਾ। ਜੇ ਸਾਡਾ ਹਾਰਟ ਜਿਹੜਾ ਹੈ ਨਾ, ਦਿਲ 1 ਸਕਿੰਟ ਲਈ ਰੁਕ ਜਾਏ ਬਸ, ਜਦ ਹੀ परमात्मा इस तो भी जरूरी है, क्योंकि परमात्मा करके ही साडा दिल चल रहा है, परमात्मा करके साडा हार्ट चल रहा है, परमात्मा करके साडी नवें चल रही है, परमात्मा करके ही साडे साह रहे हैं। इतनी जरूरी चीज है परमात्मा। कोई परमात्मा तो बिना तो साडा सर ही नहीं सकता, किसी होर चीज तो बिना तो साडा सर सकता है, असीं रह सकते हाँ, परंतु परमात्मा तो बिना तां साडा 1 सेकंड भी नहीं सकता। पर फिर भी भुल गए, फिर भी भुल गए। जिसते सानू हर समय हर सुआस दे नाल लोड़ है, लोड़ पै रही है, ते साडी उसे दी वजह करके असीं जीव रहे हाँ, उसनू फिर भुल गए। सतगुरु जी कहते हैं ना, कहते जिन्हें नाम विसारिया कूड़े कहण कहानी, वो झूठे बंदे हैं ना, झूठे बंदे, क्योंकि उन्होंने कोल सच है ही नहीं। सच रूपी परमात्मा नू उन्होंने बुलाया होया है, ते जदों सच रूपी है ही नहीं परमात्मा उन्होंने कोल, फिर पीछे की रह गया, फिर तां झूठ है। वो झूठे ही कहते हैं, झूठे ही पाउंदे हैं, झूठा ही उन्हों का सारे जीवन का सिस्टम। इस दे फलस्वरूप उन्हों दे हिरदे रूपी घर दे विच जिहड़े 5 चोर बड़े हुए हैं, काम क्रोध लोभ मोह हंकार, वो अंदरे अंदर अंदरे अंदर उन्होंने सन लाया हुआ है।
ਸੰਨ ਕਹਿੰਦੇ ਹਨ। ਸਾਡੇ ਇੱਧਰ ਸੰਨ ਨਹੀਂ ਕਹਿੰਦੇ। ਆਪਣਾ ਮਾਝੇ ਵਿੱਚ ਜ਼ਿਆਦਾ ਇਸ ਲਫ਼ਜ਼ ਨੂੰ ਵਰਤਿਆ ਜਾਂਦਾ ਹੈ, ਬਈ ਚੋਰਾਂ ਨੇ ਸੰਨ ਲਾ ਲਿਆ। ਅਸੀਂ ਕਹਿੰਦੇ ਵੀ ਚੋਰਾਂ ਨੇ ਪਾੜ ਲਾ ਲਿਆ। ਹੁਣ ਤਾਂ ਬਹੁਤ ਘੱਟ ਹੈ। ਪੁਰਾਣੇ ਜ਼ਮਾਨੇ ਵਿੱਚ ਜ਼ਿਆਦਾ ਪਹਿਲਾਂ ਕੱਚੇ ਘਰ ਹੁੰਦੇ ਸੀ, ਚੋਰਾਂ ਨੇ ਆ ਕੇ ਪਿੱਛੇ ਨੂੰ ਆਪਣਾ ਪਾੜ ਲਾ ਕੇ ਆਪਣੇ ਲੰਘਣ ਲਈ ਰਸਤਾ ਬਣਾ ਲਿਆ ਤੇ ਸਾਰੇ ਬੰਦੇ ਸੁੱਤੇ ਪਏ ਸੀ ਆਰਾਮ ਦੇ ਨਾਲ, ਤੇ ਜਾ ਕੇ ਉਹਨਾਂ ਨੇ ਟਰੰਕਾਂ ਵਿੱਚੋਂ, ਪੇਟੀਆਂ ਵਿੱਚੋਂ, ਸੰਦੂਕਾਂ ਦੇ ਵਿੱਚੋਂ ਸਾਰੇ ਚੰਗੇ ਚੰਗੇ ਕੱਪੜੇ ਵੀ ਲੈ ਗਏ ਤੇ ਨਾਲੇ ਸੋਨਾ ਚਾਂਦੀ ਲੈ ਗਏ, ਲੁੱਟ ਗਏ। ਜਦੋਂ ਸਵੇਰ ਹੋਈ ਅੱਖ ਖੁੱਲੀ, ਪਿੱਛੇ ਨੂੰ ਚਾਨਣਾ ਜਿਹਾ ਦਿਖ ਰਿਹਾ ਕੋਠੇ ਦੇ ਪਿਛਲੇ ਪਾਸੇ। ਜਦੋਂ ਬੈਠੇ ਹੋ ਕੇ ਦੇਖਿਆ, ਪਿੱਛੇ ਪਾੜ ਲਾਇਆ ਹੋਇਆ, ਕੱਪੜੇ ਖਿੰਡੇ ਪਏ ਆ, ਪੇਟੀਆਂ ਖੁੱਲੀਆਂ ਪਈਆਂ ਹਨ, ਸੰਦੂਕ ਖੁੱਲਾ ਪਿਆ ਹੈ, ਸਾਰਾ ਸਮਾਨ ਉਲਝਿਆ ਫੁਲਝਿਆ ਪਿਆ ਹੈ। ਜਿਸ ਆਪਣਾ ਭਾਂਡੇ ਦੇ ਵਿੱਚ ਆਪਣਾ ਟੁੰਮਾਂ ਪਈਆਂ ਸੀ, ਉਹ ਵੀ ਖਿੰਡਿਆ ਪਿਆ ਹੈ। ਥੜਾ ਮਾਰ ਕੇ ਰੋਇਆ, ਅਸਾਂ ਤੇ ਲੁੱਟੇ ਗਏ, ਚੋਰੀ ਹੋ ਗਈ, ਚੋਰੀ ਹੋ ਗਈ। ਕਿਸੇ ਨੇ ਪਾੜ ਲਾ ਲਿਆ, ਕਿਸੇ ਨੇ ਸੰਨ ਲਾ ਲਿਆ। ਪਰ ਗੁਰੂ ਜੀ ਕਹਿ ਰਹੇ ਹਨ, ਕਹਿੰਦੇ ਭਾਈ ਜਿਹੜੇ ਰੱਬ ਨੂੰ ਵਿਸਾਰ ਦਿੰਦੇ ਹਨ, ਪ੍ਰਮਾਤਮਾ ਨੂੰ ਭੁਲਾ ਦਿੰਦੇ ਹਨ, ਝੂਠੇ ਬੰਦੇ ਜਿਹੜੇ ਹਨ, ਉਹਨਾਂ ਦੇ ਅੰਦਰ ਚੋਰ ਲੱਗੇ ਹੋਏ ਨੇ। ਚੋਰਾਂ ਨੇ ਸੰਨ ਲਾਇਆ ਹੋਇਆ ਹੈ, ਪਾੜ ਲਾਇਆ ਹੋਇਆ ਹੈ, ਵਿੱਚ 5 ਚੋਰ ਬੜੇ ਹੋਏ ਹਨ। ਭਾਈ ਚੋਰ ਤਾਂ ਇੱਕ ਹੀ ਮਾੜਾ ਹੁੰਦਾ। ਜੇ ਇੱਕ ਚੋਰ ਘਰ ਵਿੱਚ ਵੜ ਜਾਏ, ਚਾਹੇ ਕੱਖ ਵੀ ਨਾ ਲੈ ਕੇ ਜਾਏ, ਸਿਰਫ ਵੈਸੇ ਹੀ ਲੰਘ ਜਾਏ, ਕੱਖ ਵੀ ਨਹੀਂ ਛੱਡਦਾ। ਪਰ ਜਿਸ ਘਰ ਦੇ ਵਿੱਚ ਚੋਰਾਂ ਦਾ ਟੋਲਾ ਵੜ ਜਾਏ, ਉੱਥੇ ਤਾਂ ਰਹਿੰਦਾ ਹੀ ਕੰਮ। ਜਿਵੇਂ ਚੋਰ ਨਾ ਸੋਨੇ ਅਤੇ ਚਾਂਦੀ ਨੂੰ ਪੈਂਦੇ ਹਨ, ਭਈ ਇਹ ਜਿਹੜੇ 5 ਚੋਰ ਹਨ, ਇਹ ਹਿਰਦੇ ਦੇ ਵਿੱਚੋਂ ਅੰਮ੍ਰਿਤ ਲੁੱਟਦੇ ਆ। ਅੰਮ੍ਰਿਤ ਲੁੱਟਿਆ ਮਨਮੁਖ ਨਹੀਂ ਬੁੱਝੈ। ਇਹ ਮਨਮੁਖ ਬੰਦਾ ਇਸ ਗੱਲ ਨੂੰ ਸਮਝ ਹੀ ਨਹੀਂ ਰਿਹਾ ਕਿ ਮੇਰੇ ਅੰਦਰ, ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਜਿਹੜੇ 5 ਚੋਰ ਬੜੇ ਹੋਏ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਅੰਮ੍ਰਿਤ ਨੂੰ ਲੁੱਟ ਰਹੇ ਹਨ। ਦਇਆ ਨੂੰ ਲੁੱਟ ਰਹੇ ਹਨ, ਧਰਮ ਨੂੰ ਲੁੱਟ ਰਹੇ ਹਨ, ਹਿੰਮਤ ਨੂੰ ਲੁੱਟ ਰਹੇ ਹਨ, ਦ੍ਰਿੜਤਾ ਨੂੰ ਲੁੱਟ ਰਹੇ ਹਨ, ਆਨੰਦ ਨੂੰ ਲੁੱਟ ਰਹੇ ਹਨ, ਸੁੱਚ ਅਤੇ ਸੰਜਮ ਨੂੰ ਲੁੱਟ ਰਹੇ ਹਨ, ਦੈਵੀ ਗੁਣਾਂ ਨੂੰ ਲੁੱਟ ਰਹੇ ਹਨ। ਕੰਗਾਲ ਕਰਕੇ ਰੱਖ ਦਿੱਤਾ, ਪਿੱਛੇ ਰਿਹਾ ਹੀ ਕੱਖ ਨਹੀਂ। ਪਰ ਇਹ ਹੋਇਆ ਕਿਉਂ? ਸਾਕਤ ਮੁੱਠੇ ਦੁਰਮਤੀ। ਉਹ ਜਿਹੜੇ ਸਾਕਤ ਹਨ ਨਾ, ਮਾਇਆ ਦੇ ਪੁਜਾਰੀ, ਪੈਸੇ ਦੇ ਪੀਰ, ਉਹ ਖੋਟੀ ਮੱਤ ਕਰਕੇ ਲੁੱਟੇ ਗਏ। ਉਹਨਾਂ ਦੀ ਆਪਣੀ ਹੀ ਨੀਤ ਠੀਕ ਨਹੀਂ ਹੈ, ਆਪਣੀ ਹੀ ਨੀਤ ਠੀਕ ਨਹੀਂ ਹੈ, ਆਪ ਵੀ ਠੀਕ ਨਹੀਂ ਹਨ। ਉਹ ਪਰਮਾਤਮਾ ਦੇ ਨਾਮ ਰਸ ਨੂੰ ਛੱਡ ਕੇ ਮਾਇਆ ਦੇ ਰਸ ਦੇ ਵਿੱਚ ਖਚਤ ਹਨ। ਇਸ ਕਰਕੇ ਲੁੱਟੇ ਹਨ। ਇਸ ਕਰਕੇ ਇਹਨਾਂ 5 ਚੋਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਦੇ ਅੰਦਰੋਂ ਅੰਮ੍ਰਿਤ ਲੁੱਟ ਲਿਆ ਹੈ, ਦੇਵੀ ਗੁਣਾਂ ਨੂੰ ਲੁੱਟ ਲਿਆ। ਜਿਨੀ ਅੰਮ੍ਰਿਤ ਭਰਮ ਲੁਟਾਇਆ, ਵਿਕਸਿਓ ਰਚੇ ਰਚਨ। ਭਾਈ ਜਿਨ੍ਹਾਂ ਨੇ ਭਰਮ ਦੇ ਵਿੱਚ ਪੈ ਕੇ, ਪਖੰਡਾਂ ਦੇ ਵਿੱਚ ਪੈ ਕੇ ਆਪਣੇ ਹਿਰਦੇ ਦੇ ਅੰਦਰੋਂ ਅੰਮ੍ਰਿਤ ਨੂੰ ਲੁਟਾ ਦਿੱਤਾ, ਚੋਰਾਂ ਨੂੰ। ਵਿਕਸਿਓ ਰਚਨ ਰਚਨ, ਉਹ ਫਿਰ ਮਿਸੇ ਵਕਾਰਾਂ ਦੇ ਵਿੱਚ ਰਚੇ ਹੋਏ ਹਨ, ਖਚਤ ਹਨ। ਕਿਉਂਕਿ ਉਹਨਾਂ ਕੋਲ ਪਿੱਛੇ ਰਹਿ ਹੀ ਇਹ ਸਮਾਨ ਗਿਆ। ਜਿਹੜਾ ਅੰਮ੍ਰਿਤ ਦਾ ਅੰਮ੍ਰਿਤ ਸੀ ਜਾਂ ਦੇਵੀ ਗੁਣ ਸਨ, ਉਹ ਤਾਂ ਚੋਰ ਲੁੱਟ ਕੇ ਲੈ ਗਏ। ਪਿੱਛੇ ਆੜ ਕਬਾੜ ਰਹਿ ਗਿਆ ਹੈ, ਉਹਦੇ ਵਿੱਚ ਖਚਤ, ਉਹਦੇ ਵਿੱਚ ਖਚਤ।
ਕੀ ਕਰਦੇ ਹਨ? ਦੁਸ਼ਟਾਂ ਸੇਤੀ ਪਿਰਹੜੀ। ਦੁਸ਼ਟਾਂ ਦੇ ਨਾਲ ਤਾਂ ਪਿਆਰ ਹੈ, ਮਾੜੇ ਬੰਦਿਆਂ ਨਾਲ ਦੋਸਤੀ ਹੈ। ਮੇਰੀ ਫੱਤੋ ਦੇ ਭੈੜੇ ਭੈੜੇ ਯਾਰ, ਭੈੜੇ ਭੈੜੇ ਯਾਰ। ਬੁਰੇ ਬੰਦਿਆਂ ਨਾਲ ਦੋਸਤੀ ਹੈ। ਦੁਸ਼ਟਾਂ ਸੇਤੀ ਪਿਰਹੇ, ਜਨ ਸਿਉ ਬਾਦ ਕਰਨ। ਜਿਹੜੇ ਜਨ ਹਨ, ਗੁਰਮੁਖ ਜਨ ਹਨ, ਭਗਤ ਜਨ ਹਨ, ਗੁਰੂ ਕੇ ਪਿਆਰੇ ਹਨ, ਉਹਨਾਂ ਦੇ ਨਾਲ ਲੜਾਈ ਹੈ, ਉਹਨਾਂ ਦੇ ਨਾਲ ਵਾਦ ਹੈ। ਚੰਗਿਆਂ ਦੇ ਨਾਲ ਦੁਸ਼ਮਣੀ, ਮਾੜਿਆਂ ਦੇ ਨਾਲ ਦੋਸਤੀ। ਸੰਤਾਂ ਨਾਲ ਵੈਰ ਖਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ। ਇਹੋ ਜਿਹੇ ਬੰਦੇ ਨੂੰ ਅੱਗੇ ਪਿੱਛੇ ਸੁਖ ਨਹੀਂ, ਨਾ ਅੱਗੇ ਸੁਖ ਮਿਲਣਾ ਨਾ ਪਿੱਛੇ ਸੁਖ ਮਿਲਣਾ, ਕਿਉਂਕਿ ਲੈਣ ਹੀ ਠੀਕ ਨਹੀਂ। ਦੁਸ਼ਟਾਂ ਦੇ ਨਾਲ ਪਿਰਹੜੀ ਹੈ, ਦੁਸ਼ਟਾਂ ਦੇ ਨਾਲ ਪਿਆਰ ਹੈ, ਖੋਟੇ ਬੰਦਿਆਂ ਦੇ ਨਾਲ ਦੋਸਤੀ। ਚੰਡਾਲ ਚੌਂਕੜੀ ਦਾ ਪ੍ਰਧਾਨ ਬਣਿਆ ਹੋਇਆ ਹੈ, ਚੰਡਾਲਾਂ ਦੇ ਨਾਲ ਦੋਸਤੀ। ਤੇ ਚੰਗੇ ਬੰਦਿਆਂ ਦੇ ਨਾਲ ਦੁਸ਼ਮਣੀ ਪਾਈ ਬੈਠੇ। ਇਹਦਾ ਫਿਰ ਜੀਵਨ ਤੇ ਅਸਰ ਕੀ ਹੋਇਆ? ਨਾਨਕ ਸਾਕਤ ਨਰਕ ਮਹਿ, ਜਮ ਬੱਧੇ ਦੁਖ ਸਹਨ। ਨਾਨਕ ਜੀ ਆਖਦੇ ਨੇ, ਕਹਿੰਦੇ ਇਹੋ ਜਿਹੇ ਜਿਹੜੇ ਸਾਕਤ ਮਨੁੱਖ ਹਨ ਨਾ, ਇਹੋ ਜਿਹੇ ਜਿਹੜੇ ਸਾਕਤ ਮਨੁੱਖ ਹੁੰਦੇ ਹਨ, ਨਰਕ ਵਿੱਚ ਜਾਂਦੇ ਹਨ। ਨਰਕ ਵਿੱਚ ਜਾਂਦੇ ਹੀ ਨਹੀਂ, ਨਰਕ ਵਿੱਚ ਹੀ ਹੁੰਦੇ ਨੇ। ਉਹਨਾਂ ਦੀ ਜਿਹੜੀ ਜੀਵਨ ਹੈ, ਉਹਨਾਂ ਦੀ ਜਿਹੜੀ ਲਾਈਫ ਹੈ, ਉਹ ਹੈ ਹੀ ਨਰਕ ਭਰਪੂਰ। क्योंकि ना दया है, ना धर्म है, ना हिम्मत है, ना दृढ़ता है, ना आनंद है, ना सुख है, ना शांति है, ते ना सुच है, ते ना सुच है। पिछे तो नरक ही है, पिछे नरक ही है। ਅਸੀਂ ਕਹਿੰਦੇ ਉਹ ਤਾਂ ਜਿਉਂਦਾ ਹੀ ਨਰਕ ਵਿੱਚ ਹੈ, ਉਹ ਤਾਂ ਜਿਉਂਦਾ ਹੀ ਨਰਕ ਭੋਗ ਰਿਹਾ ਹੈ। ਮਰਨ ਤੋਂ ਬਾਅਦ ਪਤਾ ਨਹੀਂ ਕੀ ਹੋਏ ਜਾਂ ਨਾ ਹੋਏ, ਅਸੀਂ ਤਾਂ ਆਪਣੀ ਅੱਖਾਂ ਦੇ ਨਾਲ ਦੇਖ ਲਿਆ ਹੈ, ਫਲਾਣਾ ਬੰਦਾ ਜਿਉਂਦਾ ਹੀ ਨਰਕ ਭੋਗ ਰਿਹਾ ਹੈ। ਤੇ ਜਦੋਂ ਮਰਿਆ, ਜਮ ਬੱਧੇ ਦੁੱਖ ਸਹਨ। ਜਮ ਉਹਨੂੰ ਬੰਨ ਕੇ ਲੈ ਗਏ, ਬੰਨ ਕੇ, ਜਿਵੇਂ ਪੁਲਿਸ ਵਾਲੇ ਰਹਿੰਦੇ, ਹੱਥਕੜੀ ਲੱਗੀ ਹੋਈ ਹੈ, ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ, ਬੰਨ ਕੇ ਲੈ ਗਏ। ਅੱਗੇ ਲਿੱਤਾ ਬੰਨ, ਅੱਗੇ ਅੱਗੇ ਲਾ ਲਿਆ। ਹੁਣ ਨਾਲੇ ਰੋਂਦਾ ਹੈ, ਨਾਲ ਦੁੱਖ ਸਹਿੰਦਾ ਹੈ, ਤੇ ਨਾਲੇ ਜਾ ਰਿਹਾ। ਜਾਏਗਾ ਕਿੱਥੇ? ਜਿਹੜਾ ਅਪਰਾਧੀ ਹੈ, ਅਪਰਾਧੀ ਦੀ ਥਾਂ ਕਿੱਥੇ ਹੈ? ਜਾਂ ਜੇਲ੍ਹ ਹੈ, ਜਾਂ ਬਲਾਤ ਹੈ, ਨਰਕ, ਨਰਕ ਵਿੱਚ ਭੇਜ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਕਹਿੰਦੇ ਪਇਆ ਕਿਰਤ ਕਮਾਉਂਦੇ, ਜਿਵ ਰਾਖੇ ਤਿਵੈ ਰਹਨ। ਪਈ ਇਹ ਉਹਨਾਂ ਦੇ ਕਰਮਾਂ ਵਿੱਚ ਹੀ ਇਸ ਤਰ੍ਹਾਂ ਹੀ ਲਿਖਿਆ ਹੋਇਆ ਹੈ। ਆਪਣੇ ਕਰਮਾਂ ਦਾ ਬੀਜਿਆ ਹੋਇਆ ਵੱਢ ਰਹੇ ਨੇ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ।
ਕਈ ਜਿਵੇਂ ਜਿੱਥੇ ਪ੍ਰਮਾਤਮਾ ਨੇ ਉਹ ਰੱਖੇ ਹੋਏ ਹਨ ਨਾ, ਉੱਥੇ ਹੀ ਰਹਿੰਦੇ। ਇਹੋ ਹੀ ਕਹਿਣਾ ਬਣੇਗਾ, ਹੋਰ ਕੀ ਕਹਾਂਗੇ ਆਪਾਂ? ਭਈ ਪ੍ਰਮਾਤਮਾ ਨੂੰ ਉਹਨਾਂ ਨੇ ਇਹੋ ਜਿਹੀ ਥਾਂ ਤੇ ਹੀ ਰੱਖਿਆ ਹੋਇਆ ਹੈ, ਉੱਥੇ ਹੀ ਰਹਿਣਗੇ, ਉਹ ਕੀ ਕਰਨਗੇ? ਸੂਰ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਤੇਰੀ ਜੂਨ ਕਿਸ ਤਰ੍ਹਾਂ ਹੈ? ਕਹਿੰਦੇ ਮੈਂ ਸਾਰਿਆਂ ਤੋਂ ਐਸ ਵਿੱਚ ਹਾਂ, ਮੇਰੇ ਵਰਗੀ ਮੌਜ ਕਿਸੇ ਨੂੰ ਨਹੀਂ, ਇੱਥੇ ਹੀ ਮੌਜ ਹੈ, ਉਹਨੂੰ ਉੱਥੇ ਹੀ ਮੌਜ ਲੱਗ ਰਹੀ ਹੈ। ਉੱਥੇ ਹੀ ਮੌਜ। ਗਿੱਦੜ ਗਾਰ ਵਿੱਚ ਫਸ ਗਿਆ, ਕਹਿੰਦੇ ਯਾਰਾਂ ਦਾ ਤਾਂ ਇੱਥੇ ਹੀ ਘਰ, ਉਹਨੂੰ ਉਹ ਵੀ ਚੰਗਾ ਲੱਗ ਰਿਹਾ। ਅੱਗੇ ਸਰਵਣ ਕਰੋ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ। ਭਈ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਜੀ ਨੂੰ ਸੇਵਿਆ ਹੈ, ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਿਆ ਹੈ, ਸਤਿਗੁਰੂ ਜੀ ਦੀ ਬਾਣੀ ਨੂੰ ਵਿਚਾਰਿਆ ਹੈ, ਸਤਿਗੁਰੂ ਜੀ ਦੀ ਬਾਣੀ ਤੇ ਅਮਲ ਕੀਤਾ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਇਆ ਹੈ ਨਾ, ਭਾਵੇਂ ਉਹ ਨਿਤਾਣੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਾਮ ਦੀ ਤਾਕਤ ਦੇ ਦਿੱਤੀ, ਨਾਮ ਰੂਪੀ ਪਾਵਰ। ਨਿਤਾਣੇ ਸੀ ਉਹ ਬੇਸ਼ੱਕ ਪਹਿਲਾਂ, ਪਰ ਗੁਰੂ ਦੀ ਸੇਵਾ ਕਰਨ ਦੇ ਨਾਲ ਉਹਨਾਂ ਦੇ ਵਿੱਚ ਤਾਣ ਆ ਗਿਆ। ਤਾਣ, ਤਾਣ ਕਹਿੰਦੇ ਤਾਕਤ, ਜ਼ੋਰ, ਪਾਵਰ। ਸਤਿਗੁਰੂ ਜੀ ਨੇ ਉਹਨਾਂ ਵਿੱਚ ਪਾਵਰ ਭਰ ਦਿੱਤੀ ਹੈ। ਕਿੰਨੀ ਕੁ ਪਾਵਰ ਭਰ ਦਿੱਤੀ? 1.25 ਲੱਖ ਸੇ ਇੱਕ ਲੜਨ, ਤਬੈ ਗੋਬਿੰਦ ਸਿੰਘ ਨਾਮ ਕਹੋ। 1.25 ਲੱਖ ਨਾਲ ਇੱਕ ਲੜਨ ਦੀ ਪਾਵਰ ਭਰ ਦਿੱਤੀ। ਐਨੀ ਪਾਵਰ। ਇੱਕ ਪਾਸੇ 1.25 ਲੱਖ ਖੜਾ ਹੈ, ਇੱਕ ਪਾਸੇ ਇੱਕ ਖੜਾ ਹੈ। ਐਨੀ ਪਾਵਰ, ਇੰਨਾ ਤਾਕਤ ਕਿ ਹਾਥੀਆਂ ਨਾਲ ਵੀ ਮੁਕਾਬਲਾ ਕਰਨ ਲੱਗ ਪਿਆ ਭਾਈ ਬਚਿੱਤਰ ਸਿੰਘ। ਐਨੀ ਤਾਕਤ। ਰੰਬੀਆਂ ਦੇ ਅੱਗੇ ਡੋਲਿਆ ਨਹੀਂ, ਆਰੇ ਤੋਂ ਡਰਿਆ ਨਹੀਂ, ਦੇਗਾਂ ਵਿੱਚ ਉੱਪੜ ਗਿਆ। ਐਨੀ ਪਾਵਰ ਭਰ ਦਿੱਤੀ, ਐਨੀ ਤਾਕਤ। ਭਾਈ ਮਤੀ ਦਾਸ ਲਿਖਿਆ ਹੋਇਆ ਹੈ ਇਤਿਹਾਸ ਵਿੱਚ, ਕਹਿੰਦੇ ਭਾਈ ਮਤੀ ਦਾਸ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਤੁਸੀਂ ਹੁਕਮ ਕਰੋ ਨਾ, ਮੈਂ ਦਿੱਲੀ ਤੇ ਲਾਹੌਰ ਨੂੰ ਚੱਕ ਕੇ ਆਪਸ ਵਿੱਚ ਟਕਰਾ ਦਿਆਂ। ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਜੀ ਕਹਿੰਦੇ ਇਹ ਤਾਕਤ ਤੇਰੇ ਕੋਲ ਕਿੱਥੋਂ ਆ ਗਈ? ਕਹਿੰਦੇ ਜੀ ਤੁਹਾਡੇ ਪਾਸੋਂ। ਫਿਰ ਮੈਂ ਤਾਂ ਚੁੱਪ ਬੈਠਾ ਹਾਂ, ਤੂੰ ਕਿਉਂ ਬੋਲ ਰਿਹਾ ਹੈ? ਮੈਂ ਤਾਂ ਚੁੱਪ ਬੈਠਾ ਹਾਂ, ਭਾਣਾ ਮੰਨ ਰਿਹਾ ਹਾਂ, ਤੂੰ ਕਿਉਂ ਬੋਲ ਰਿਹਾ ਹੈ? ਭਾਣਾ ਮੰਨਣਾ, ਨਾ ਦਿੱਲੀ ਨੂੰ ਟਕਰਾਉਣਾ ਹੈ, ਨਾ ਲਾਹੌਰ ਨੂੰ ਪੜਾਉਣਾ ਹੈ। ਅਸੀਂ ਸ਼ਹੀਦੀ ਲੈਣੀ ਹੈ। ਐਨੀ ਤਾਕਤ ਭਰ ਦਿੱਤੀ ਗੁਰੂ ਜੀ ਨੇ। ਪਤਾ ਨਹੀਂ ਕੀ ਬਾਟੇ ਵਿੱਚੋਂ ਘੋਲ ਕੇ ਪਿਲਾ ਗਿਆ,
ਮਾਰ ਮੁੱਕੀ ਹਿੰਦ ਚ ਦੁਬਾਰੇ ਜਾਨ ਪਾ, ਮਰੇ ਹੋਈ ਹਿੰਦੁਸਤਾਨ ਦੇ ਵਿੱਚ ਦੁਬਾਰੇ ਜਾਨ, ਐਨੀ ਤਾਕਤ। ਜਿਨੇ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਸ ਗਿਰਾਸ ਸਦਾ ਮਨ ਬਸੈ। ਜਿਨ੍ਹਾਂ ਨੂੰ ਇਹ ਸਤਿਗੁਰੂ ਜੀ ਦੀ ਸੇਵਾ ਕਰਨ ਤੋਂ ਉਪਰੰਤ ਫਲ ਸਰੂਪ ਇਹ ਤਾਕਤ ਬਖਸ਼ੀ, ਨਿਤਾਣਿਆਂ ਨੂੰ ਤਾਣ ਬਖਸ਼ਿਆ, ਉਹ ਤਾਂ ਹਮੇਸ਼ਾ ਹੀ ਹਰ ਇੱਕ ਸਾਹ ਦੇ ਨਾਲ, ਹਰ ਇੱਕ ਸਵਾਸ ਦੇ ਨਾਲ, ਹਰ ਇੱਕ ਗਿਰਾਸ ਦੇ ਨਾਲ, ਹਰ ਇੱਕ ਰੋਟੀ ਦੀ ਬੁਰਕੀ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਹਨ। ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਹੈ। ਜਮ ਜੋ ਹੈ ਨਾ ਸਕੈ ਤਿਸ, ਜਿਹੜਾ ਜਮ ਹੈ ਨਾ ਉਹ ਤਾਂ ਉਹਨਾਂ ਗੁਰੂ ਕੇ ਪਿਆਰਿਆਂ ਵੱਲ ਅੱਖ ਚੱਕ ਕੇ ਦੇਖ ਵੀ ਨਹੀਂ ਸਕਦਾ। ਨੇੜੇ ਆਉਣਾ ਤਾਂ ਦੂਰ ਦੀ ਗੱਲ ਹੈ। ਮੌਤ ਵੀ ਡਰਦੀ ਹੈ, ਕਾਲ ਵੀ ਡਰਦਾ ਹੈ, ਕਿਉਂਕਿ ਅੱਗੇ ਅਕਾਲ ਹੈ। ਕਾਲ ਵੀ ਡਰਦਾ। ਹਿਰਦੈ ਹਰ ਹਰ ਨਾਮ ਰਸ, ਭਈ ਉਹਨਾਂ ਗੁਰੂ ਕੇ ਪਿਆਰਿਆਂ ਦੇ ਹਿਰਦੇ ਦੇ ਵਿੱਚ ਹਰ ਸਮੇਂ ਹੀ ਨਾਮ ਰਸ ਹੈ। ਨਾਮ ਰਸ, ਨਾਮ ਦਾ ਰਸ ਹੈ। ਉਹ ਨਾਮ ਰਸ ਪੀਂਦੇ ਹਨ ਤਾਂ ਹੀ ਜਿੰਦੇ ਹਨ ਤੇ ਖੀਵੇ ਥਿੰਦੇ ਹਨ। ਕਬਲਾ ਸੇਵਕ ਤਿਸ, ਕਬਲਾ ਜਿਹੜੀ ਹੈ ਨਾ, ਕਬਲਾ, ਕਬਲਾ ਕੀ ਹੈ? ਕਮਲਾ। ਕਮਲਾ ਕੀ ਹੈ? ਲక్ష్ਮੀ। ਲక్ష్ਮੀ ਕੀ ਹੈ? ਮਾਇਆ। ਮਾਇਆ ਤਾਂ ਉਹਨਾਂ ਦੇ ਪੈਰਾਂ ਵਿੱਚ ਰੁਲਦੀ ਫਿਰਦੀ ਹੈ। ਗੁਰਮੁਖਾਂ ਦੇ ਪੈਰਾਂ ਦੇ ਵਿੱਚ ਮਾਇਆ ਰੁਲਦੀ ਫਿਰਦੀ ਹੈ, ਸੇਵਕਾ ਬਣ ਕੇ, ਦਾਸੀ ਬਣ ਕੇ। ਸੇਵਕਾ ਬਣ ਕੇ ਰੁਲਦੀ ਫਿਰਦੀ ਜਿਹੜੀ ਮਾਇਆ। ਲੋਕ ਮਾਇਆ ਦੇ ਪਿੱਛੇ ਦੌੜਦੇ ਹਨ, ਲੋਕ ਰਿੱਧੀਆਂ ਸਿੱਧੀਆਂ ਦੇ ਪਿੱਛੇ ਦੌੜਦੇ ਹਨ, ਪਰ ਰਿੱਧੀਆਂ ਸਿੱਧੀਆਂ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਗੁਰਮੁਖਾਂ ਦੇ। ਕਬਲਾ ਜਿਹੜੀ ਹੈ ਨਾ, ਕਬਲਾ ਜਿਹੜੀ ਹੈ, ਲక్ష్ਮੀ ਜਿਹੜੀ ਹੈ, ਉਹ ਗੁਰਮੁਖਾਂ ਦੇ ਪੈਰਾਂ ਨੂੰ ਧੋਂਦੀ। ਅਸੀਂ ਇੱਕ ਸਾਖੀ ਪੜ੍ਹਦੇ, ਕਹਿੰਦੇ ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਗਏ ਪਹਿਲੀ ਵਾਰੀ, ਜਦੋਂ ਰਾਹ ਵਿੱਚ ਗੁਰੂ ਨਾਨਕ ਦੇਵ ਜੀ ਮਿਲ ਗਏ ਸਨ, ਬਾਬਾ ਨਾਨਕ ਨੂੰ ਹੀ ਉਹਨਾਂ ਨੇ ਪੁੱਛਿਆ ਸੀ ਕਿ ਮੈਂ ਬਾਬਾ ਨਾਨਕ ਨੂੰ ਮਿਲਣਾ ਹੈ, ਉਹਦਾ ਘਰ ਦੱਸਿਓ ਮੈਨੂੰ। ਉਦੋਂ ਦੀ ਗੱਲ ਹੈ। ਜਦੋਂ ਪਹਿਲੀ ਰਾਤ ਉੱਥੇ ਰਹੇ ਤਾਂ ਅੰਮ੍ਰਿਤ ਵੇਲੇ ਉੱਠ ਕੇ ਦੇਖਿਆ, ਕਹਿੰਦੇ ਉੱਥੇ ਨਾ ਲక్ష్ਮੀ ਜਿਹੜੀ ਹੈ ਝਾੜੂ ਮਾਰ ਰਹੀ ਹੈ, ਝਾੜੂ ਮਾਰ ਰਹੀ। ਦੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਮੈਂ ਤਾਂ ਤੇਰੇ ਕੋਲ ਜਾਣ ਲੱਗਿਆ ਸੀ, ਮੈਂ 20-25 ਸਾਲ ਤੋਂ ਤੇਰੇ ਉੱਥੇ ਜਾਂਦਾ ਹਾਂ ਭਵਨ ਦੇ ਵਿੱਚ, ਤੂੰ ਇੱਥੇ ਝਾੜੂ ਮਾਰ ਰਹੀ ਹੈ। ਤਾਂ ਕਹਿੰਦੇ ਉਹ ਬੋਲੀ, ਕਹਿੰਦੇ ਤੂੰ ਸਹੀ ਠਿਕਾਣੇ ਤੇ ਪਹੁੰਚ ਗਿਆ। ਮੈਂ ਵੀ ਇਸੇ ਘਰ ਤੋਂ ਲੈ ਕੇ ਅੱਗੇ ਵੰਡਦੀ ਹਾਂ। ਅਸਲੀ ਸਟੋਰ ਤਾਂ ਇਹ ਹੈ, ਅਸਲੀ ਭੰਡਾਰਾ ਤਾਂ ਇਹ ਹੈ ਜਿੱਥੇ ਤੂੰ ਪਹੁੰਚ ਗਿਆ, ਬਸ ਇਹੋ ਹੀ ਅਸਲੀ ਥਾਂ। ਤਾਂ ਭਾਈ ਲਹਿਣਾ ਜੀ ਨੇ ਕਹਿ ਦਿੱਤਾ ਸੀ ਆਪਣੇ ਸਾਥੀਆਂ ਨੂੰ, ਕਹਿੰਦੇ ਹੁਣ ਮੈਨੂੰ ਅੱਗੇ ਜਾਣ ਦੀ ਲੋੜ ਨਹੀਂ ਹੈ, ਮੈਂ ਸਹੀ ਟਿਕਾਣੇ ਤੇ ਚਲਾ ਆ ਗਿਆ, ਪਹੁੰਚ ਗਿਆ।
ਹੁਣ ਮੈਂ ਕਰਤਾਰਪੁਰ ਨੂੰ ਛੱਡ ਕੇ ਨਹੀਂ ਜਾਵਾਂ, ਤੁਹਾਨੂੰ ਜਾਣਾ ਹੈ ਜਾਈ ਜਾਓ, ਆਪਾਂ ਨਹੀਂ ਹੁਣ ਜਾਂਦੇ ਕਿਤੇ। जिस दर पे मैं पहुंचना सी उस दर पे मैं पहुंच गया। कूचा ये मुर्शद से बेहतर है ठिकाना कौन सा, बागे जन्नत भी मिले तो हम कदम रखते नहीं। हुण नहीं आपां किते भी जाते। तां सतगुरु सच्चे पातशाह जी ने फरमाया, हर दासां का दास होए परम पदार्थ तिस। भई जिहड़ा परमात्मा दे दासां दा दास बन जांदा है ना, सेवकां दा सेवक, सेवकां दा सेवक, जिहड़ा सेवकां दा सेवक, दासां दा दास, ਇਹ ਜਿਹੜਾ ਸੇਵਾਦਾਰ ਜਾਂ ਦਾਸ ਹੋਣਾ ਹੈ ਨਾ, ਸੇਵਾਦਾਰ, ਅਸੀਂ ਇਹਦੇ ਵਿੱਚ ਵੀ ਕਾਫੀ ਕੈਟਾਗਰੀਆਂ ਖੜੀਆਂ ਕਰ ਲਈਆਂ, ਸ਼੍ਰੇਣੀਵਾਦ ਹੋ ਗਿਆ ਪਹਿਲਾਂ। ਪ੍ਰਧਾਨ ਨਹੀਂ ਕਹਾਉਂਦੇ ਜਾਂ ਕੋਈ ਹੋਰ ਪ੍ਰੈਜ਼ੀਡੈਂਟ ਨਹੀਂ ਕਹਾਉਂਦੇ, ਮੈਨੇਜਰ ਨਹੀਂ ਕਹਾਉਂਦੇ, ਆਪਣੇ ਆਪ ਨੂੰ ਕਹਿੰਦੇ ਮੁੱਖ ਸੇਵਾਦਾਰ ਹਾਂ, ਮੈਂ ਗੁਰਦੁਆਰੇ ਦਾ ਮੁੱਖ ਸੇਵਾਦਾਰ ਹਾਂ, ਮੁੱਖ ਸੇਵਾਦਾਰ, ਸਾਰਿਆਂ ਤੋਂ ਵੱਡਾ, ਮੇਰੇ ਤੋਂ ਵੱਡਾ ਕੋਈ ਸੇਵਾਦਾਰ ਨਹੀਂ, ਬਾਕੀ ਸਾਰੇ ਛੋਟੇ ਹਨ ਸੇਵਾਦਾਰ। ਪਰ ਜਿਹੜਾ ਵੱਡਾ ਸੇਵਾਦਾਰ ਹੈ, ਮੁੱਖ ਸੇਵਾਦਾਰ ਹੈ, ਸੇਵਾ ਕੱਖ ਵੀ ਨਹੀਂ ਕਰਦਾ, ਸੇਵਾ ਤਾਂ ਕਰਦਾ ਨਹੀਂ। ਬਈ ਸੇਵਾਦਾਰ ਤਾਂ ਉਹ ਹੁੰਦਾ ਹੈ ਜਿਹੜਾ ਸੇਵਾ ਕਰੇ, ਜਿਹੜਾ ਸੇਵਾ ਕਰੇ। ਹੁਣ ਜੇ ਮੈਂ ਇੱਥੇ ਆ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਜਾਂ ਪਾਠ ਕਰਦਾ ਹਾਂ, ਕੋਈ ਸੇਵਾ ਥੋੜੀ ਹੈ। ਸਿਮਰਨ ਕਰਨਾ ਕੋਈ ਸੇਵਾ ਹੈ, ਲੰਗਰ ਖਾਣਾ ਕੋਈ ਸੇਵਾ ਹੈ, ਚਾਹ ਪੀਣੀ ਸੇਵਾ ਹੈ, ਇਹ ਕੋਈ ਸੇਵਾ ਨਹੀਂ ਹੈ। ਭਾਈ ਸੇਵਾ ਤਾਂ ਉਹ ਹੁੰਦੀ ਹੈ, ਤੜਕੇ ਨੂੰ ਆ ਕੇ ਦੇਖੋ ਇੱਥੇ ਕੋਈ ਝਾੜੂ ਲਾ ਰਿਹਾ ਹੈ, ਕੋਈ ਪੋਚਾ ਲਾ ਰਿਹਾ ਹੈ, ਕੋਈ ਸਫਾਈ ਕਰ ਰਿਹਾ ਹੈ, ਕੋਈ ਤਿਆਰੀ ਕਰ ਰਿਹਾ ਹੈ, ਕੋਈ ਸ਼ਾਸਤਰ ਲਾ ਰਿਹਾ ਹੈ, ਕੋਈ ਗਮਲਿਆਂ ਨੂੰ ਸਾਫ਼ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ, ਕੋਈ ਭਾਂਡੇ ਮਾਂਜ ਰਿਹਾ ਹੈ, ਕੋਈ ਦੇਗ ਬਣਾ ਰਿਹਾ ਹੈ, ਕੋਈ ਚਾਹ ਬਣਾ ਰਿਹਾ ਹੈ, ਕੋਈ ਦਾਲ ਬਣਾ ਰਿਹਾ ਹੈ, ਕੋਈ ਰੋਟੀਆਂ ਪਕਾਉਂਦੀਆਂ ਨੇ ਬੀਬੀਆਂ। ਫਿਰ ਮੈਂ ਕੀ ਕੀਤਾ ਇੱਥੇ ਆ ਕੇ? ਕੁਝ ਵੀ ਨਹੀਂ। ਕੜਾ ਲਿਆ ਹੈ ਜਾਂ ਚਾਹ ਪੀਤੀ ਹੈ, ਬਸ ਮੈਂ ਇਹਨੂੰ ਹੀ ਸੇਵਾ ਸਮਝ ਰਿਹਾ ਬਈ ਮੈਂ ਸੇਵਾ ਕਰੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਹਰ ਦਾਸਾਂ ਕਾ ਦਾਸ ਹੋਏ, ਜਿਹੜੇ ਹਰੀ ਦੇ ਦਾਸ ਹਨ, ਪ੍ਰਮਾਤਮਾ ਦੇ ਦਾਸ ਹਨ, ਉਹਨਾਂ ਦਾ ਸੇਵਕ। ਥਰਡ ਕਲਾਸ, ਚੌਥਾ ਦਰਜਾ, ਚੌਥੇ ਨੰਬਰ ਤੇ, ਸਾਰਿਆਂ ਸੇਵਾਦਾਰਾਂ ਵਿੱਚੋਂ ਸਭ ਤੋਂ ਛੋਟਾ ਸੇਵਾਦਾਰ। ਫਿਰ ਕੀ ਹੁੰਦਾ ਹੈ? ਪਰਮ ਪਦਾਰਥ ਤਿਸ, ਜਿਹੜਾ ਪਰਮ ਪਦਾਰਥ ਹੈ ਨਾ, ਪਰਮਾਤਮਾ ਦੇ ਨਾਮ ਦਾ ਅਸਲੀ ਚੀਜ਼, ਉਹ ਉਸ ਨੂੰ ਮਿਲਦੀ ਹੈ। ਉਸ ਨੂੰ ਮਿਲਦੀ ਹੈ ਜਿਹੜਾ ਦਾਸਾਂ ਦਾ ਦਾਸ ਹੋ ਕੇ ਹੁੰਦਾ। ਨਾਨਕ ਮਨ ਤਨ ਤਿਸ ਪ੍ਰਭ ਵਸੈ। ਨਾਨਕ ਜੀ ਕਹਿ ਰਹੇ ਹਨ, ਫਰਮਾਨ ਕਰ ਰਹੇ ਹਨ, ਕਹਿੰਦੇ ਭਾਈ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਤਾਂ ਮਨ ਦੇ ਵਿੱਚ ਤੇ ਤਨ ਦੇ ਵਿੱਚ ਪਰਮਾਤਮਾ ਵਸਦਾ। ਜਿਹੜਾ ਵੀ ਉਹ ਮਨੁੱਖ ਹੈ,
ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਬੱਚਾ ਹੋਵੇ, ਭਾਵੇਂ ਬੁੱਢਾ ਹੋਵੇ, ਭਾਵੇਂ ਔਰਤ ਹੋਵੇ, ਭਾਵੇਂ ਮਰਦ ਹੋਵੇ, ਭਾਵੇਂ ਕੋਈ ਗਰੀਬ ਹੋਵੇ, ਭਾਵੇਂ ਕੋਈ ਅਮੀਰ ਹੋਵੇ, ਭਾਵੇਂ ਕੋਈ ਵੀ ਹੋਵੇ, ਮੈਂ ਉਸ ਤੋਂ ਹਮੇਸ਼ਾ ਹੀ ਕੁਰਬਾਨ ਬਲੇਹਾ। ਮੈਂ ਉਸ ਤੋਂ ਆਪਣੀ ਜ਼ਿੰਦਗੀ ਵਾਰ ਸਕਦਾ ਹਾਂ, ਮੈਂ ਉਹਦੇ ਲਈ ਆਪਣਾ ਸਿਰ ਵੀ ਦੇ ਸਕਦਾ ਹਾਂ। ਮੈਂ ਹਰ ਕੁਰਬਾਨੀ ਦੇਣ ਦੇ ਲਈ ਇਹੋ ਜਿਹੇ ਗੁਰੂ ਕੇ ਪਿਆਰਿਆਂ ਦੇ ਲਈ ਤਿਆਰ ਬਰ ਤਿਆਰ ਹਾਂ। परंतु जिनको पूर्व लिखिया रस संत जना स्यों तिस, भाई जिन्हां दे मस्तक दे विच अकाल पुरख वाहिगुरू जी ने पहलों ही लिखिया होया है ना पूर्व, उन्हां नूं फिर ये साध संगत का जिहड़ा रस है वो प्राप्त, जिन्हां दे मस्तक दे उपर पहलों ही लिखिया होया, ਉਹ ਤਾਂ ਫਿਰ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਨ ਭੌਰਿਆਂ ਵਾਂਗ। ਜਿਵੇਂ ਫੁੱਲਾਂ ਕੋਲ ਭੌਰਾ ਹੁੰਦਾ ਹੈ ਨਾ, ਬੜੀ ਦੂਰ ਤੋਂ ਚੱਲ ਕੇ ਭੌਰਾ ਉੱਡ ਕੇ ਆਪਣੇ ਆਪ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਕਮਲ ਦਾ ਫੁੱਲ, ਗੁਲਾਬ ਦਾ ਫੁੱਲ ਉੱਥੇ ਖਿੜਿਆ ਹੋਇਆ ਹੈ, ਉੱਥੇ ਹੀ ਪਹੁੰਚ ਗਿਆ ਰਸ ਲੈਣ ਲਈ। ਤੇ ਉਸ ਕਮਲ ਦੇ ਫੁੱਲ ਦੀ ਜੜਾਂ ਦੇ ਵਿੱਚ, ਕੀਚੜ ਦੇ ਵਿੱਚ ਡੱਡੂ ਬੈਠਾ ਹੈ। ਉਹਨੂੰ ਡੱਡੂ ਨੂੰ ਪਤਾ ਹੀ ਨਹੀਂ ਹੈ ਬਈ ਜਿੱਥੇ ਮੈਂ ਬੈਠਾ ਹਾਂ ਨਾ ਉੱਥੇ ਕਮਲ ਦਾ ਫੁੱਲ ਹੈ, ਉੱਥੇ ਕਮਲ ਦਾ ਫੁੱਲ ਹੈ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਜਿਹੜੇ ਭਾਈ ਦੂਰ ਤੋਂ ਆਉਂਦੇ ਹਨ ਉਹ ਨਿਹਾਲ ਹੋ ਜਾਂਦੇ ਹਨ, ਜਿਹੜੇ ਅੰਦਰ ਬੈਠੇ ਹਨ ਉਹ ਬੇਹਾਲ ਹੋ ਜਾਂਦੇ ਹਨ, ਉਹ ਰਹਿ ਜਾਂਦੇ ਹਨ ਸੁੱਕੇ। ਲਓ ਹੁਣ ਸੁਣੋ ਪੌੜੀ। जो बोले पूरा सतगुरु सो परमेश्वर सोया, भाई जो पूरा सतगुरु बोलता है ना, जो कुछ भी बोलता है गुरु, जो कुछ तो भाव ये नहीं कि गुरु जी हमें बकवास मारी जाते हैं, जो मुंह आया बोल दिता, जिवें असीं करते हाँ भाई जो मुंह आया बोल दिता, बक दिता, बस नहीं, इस तरह नहीं। गुरु जो भी बोलता है एवं नहीं बोलता गुरु जी। गुरु जी आप कहने लगे, कहते बुलाया बोली तेरा, हे प्रभु जी जिवें तुसीं बुलाउंदे हो मैं तो उसे तरह ही बोलता हाँ, मैं तो सिहारी बिहारी भी नहीं अपने ਵੱਲੋਂ ਲਾਉਂਦਾ, ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਮੈਂ ਉਸੇ ਤਰ੍ਹਾਂ ਹੀ ਬੋਲਦਾ। ਭਾਈ ਜਿਵੇਂ ਸਤਿਗੁਰੂ ਜੀ ਬੋਲਦੇ ਹਨ ਨਾ, ਜੋ ਵੀ ਬੋਲਦੇ ਹਨ ਉਸ ਨੂੰ ਇੱਕ ਇੱਕ ਅੱਖਰ ਨੂੰ ਪਰਮਾਤਮਾ ਸੁਣਦਾ ਹੈ। ਸਾਡੀ ਸ਼ਿਕਾਇਤ ਇਹ ਹੁੰਦੀ ਹੈ, ਸਾਡੀ ਤਾਂ ਭਾਈ ਪਰਮਾਤਮਾ ਸੁਣਦਾ ਹੀ ਨਹੀਂ ਹੈ। अखंड पाठ भी करा लिया, अरदासां भी करा लिया भाई जी तो साडी सुनदी नहीं। असीं सुनाउण जोगे ही नहीं है, असीं सुनाउण जोगे ही नहीं। जे सुनाउण जोगे होए तां सुने ना। गल सुनाउण दे काबिल भी तां बंदा होए ना। ਭਾਈ ਇਸ ਨਗਾਰਖਾਨੇ ਦੇ ਵਿੱਚ ਤੂਤੀ ਦੀ ਆਵਾਜ਼ ਨੂੰ ਕੌਣ ਸੁਣਦਾ? ਪਰ ਗੁਰਬਾਣੀ ਕੀ ਕਹਿ ਰਹੀ ਹੈ? ਕਹਿੰਦੇ ਜਿਹੜੀ ਚੀਟੀ ਹੁੰਦੀ ਹੈ ਨਾ, ਕੀੜੀ ਦੀ ਆਵਾਜ਼ ਨੂੰ ਪਰਮਾਤਮਾ ਪਹਿਲਾਂ ਸੁਣ ਲੈਂਦਾ ਹੈ ਤੇ ਹਾਥੀ ਦੀ ਆਵਾਜ਼ ਵਿੱਚ ਹੀ ਰਹਿ ਜਾਂਦੀ ਹੈ। ਕੀੜੀ ਦੀ ਆਵਾਜ਼ ਤਾਂ ਸੁਣ ਲਈ ਪਰਮਾਤਮਾ ਨੇ, ਹਾਥੀ ਰਾਟ ਮਚਾ ਰਿਹਾ ਸੀ ਉਹਦੀ ਸੁਣੀ ਹੋਣੀ। ਭਾਈ ਕੀੜੀ ਕੀ ਹੈ?
ਕੀੜੀ ਤਾਂ ਇੱਕ ਛੋਟੀ ਜਿਹੀ ਹੈ, ਕੀੜੀ ਤਾਂ ਛੋਟੀ ਜਿਹੀ ਹੈ। ਅਸੀਂ ਵੀ ਛੋਟਿਆਂ ਬੰਦਿਆਂ ਨੂੰ, ਗਰੀਬ ਬੰਦਿਆਂ ਨੂੰ, ਮਾੜਿਆਂ ਬੰਦਿਆਂ ਨੂੰ ਕੱਖ ਨਹੀਂ ਸਮਝਦੇ। ਇਹਦੇ ਪੱਲੇ ਕੀ ਹੈ? क्या है ਇਹਦੇ ਪੱਲੇ? ਹਾਥੀ ਕਿੰਨਾ ਵੱਡਾ, ਪਰ ਗੁਰੂ ਜੀ ਦੀ ਨਜ਼ਰਾਂ ਦੇ ਵਿੱਚ ਕੀੜੀ ਚੰਗੀ ਹੈ। ਕੀੜੀ ਨਿਮਰਤਾ ਦੀ ਪ੍ਰਤੀਕ ਹੈ। ਬਾਬਾ ਕਬੀਰ ਜੀ ਨੇ ਫਰਮਾਇਆ, ਕਹਿੰਦੇ ਹਰ ਹਾਂ ਖਾਂਡ ਰੇਤ ਮਹਿ ਬਿਖਰੀ। परमात्मा रूपी खंड जिहड़ी है ना, रेत विच खिंडी पई है, हाथी चुनी ना जाए। हाथी नहीं खा सकता, हाथी चुन चुन के नहीं खा सकता। रेत विच खंड गिरी हुई है, खंड मिली हुई है, रेत विच डिग पई सी, ओनू हाथी नहीं खा सकता, पर कीड़ी खा सकती है। कीड़ी खा सकती है। परमात्मा का नाम भी इसी तरह ही है। भाई जिन्हां दे अंदर निम्रता है ना, हलेमी है, वो इस हर हा खांड रेत में बिखरी उसनू खा सकते हैं। ही लिखा, जो बोले पूरा सतगुरु सो परमेश्वर सुनिया, सोई वरत्या जगत में घाट घाट मुख फणिया। भाई जो गुरु जी बोलते हैं ना, वो गल परमात्मा ने सुन ली। परमात्मा ने इस करके सुन ली क्योंकि परमात्मा ने ही गुरु तो पुहाई हुई सी, बुलवाई हुई सी, तां सुन। ते जो गुरु ने बोलिया वो ही संसार दे विच वरत गया। गुरु जी ने बोलिया की सी? गुरु जी ने वो बोलिया सी जिहड़ा परमात्मा नूं प्रमाण सी। गुरु नानक बोले दर गए प्रमाण। गुरु नानक देव जी महाराज जो बोलते हैं ना, वो परमात्मा की दरगाह दे विच उसे समय ही प्रमाणित हो जाता है, प्रमाणित हो जाता है। उदों ही प्रवानी हुई गल बोली जाती है, तस्दीक शुदा, तां ही प्रमाण होती है ना। सोई वरत्या जगत में घाट घाट मुख भणिया। भाई जो गुरु ने बोलिया ना, ओहो ही संसार दे विच वरत्या, ते ओहो ही सारे हिरदियां दे विच, ओहो ही सारियां दे मूंह विच, जिहड़ा गुरु ने बोलिया। बहुत वड्डियाइयां साहिब ने जाही गणियां। इसलिए मेरा जिहड़ा साहिब है ना, बाबा नानक मेरा जिहड़ा सतगुरु साहिब है, उस दे विच बहुत वड्डियाइयां, बहुत बहुत तो भाव की जिहड़ियां गिणियां नहीं जा सकदियां, बहुत है, बहुत कोई संख्या नहीं है, बहुत कोई गिनती का नाम नहीं है, अणगिणत। तां ही लिखिया है न जाही गणियां। भई एनियां वडियाइयां हन, एनियां वडियाइयां हन, एनियां वडियाइयां हन कि गिणियां ही नहीं। वैसे किहड़ियां किहड़ियां हन माड़ियां मुट्टियां तां दसो ना, सानू भी पता लगे। गिणियां तां जा नहीं सकदियां, ਜਿਹੜੀਆਂ मेन पंज चार तां दसो ना सानू। लो सुन लो। सच, सहज, आनंद, सतगुरु पास। सतगुरु जी दे पास सच है, सहज है ते आनंद है।
सच है, सहज है, आनंद है। ਹੁਣ ਅਸੀਂ ਆਪਣੇ ਵੱਲ ਝਾਤ ਮਾਰ ਕੇ ਦੇਖੀਏ, ਸਾਡੇ ਪੱਲੇ ਸੱਚ ਹੈ? ਜੇ ਸੱਚ ਨਹੀਂ ਤਾਂ ਸਾਡੇ ਪੱਲੇ ਸਹਿਜ ਕਿਵੇਂ ਹੋਏਗਾ? ਜੇ ਸਹਿਜ ਨਹੀਂ ਫਿਰ ਆਨੰਦ ਨਹੀਂ। ਨਾ ਸੱਚ ਹੈ, ਨਾ ਸਹਿਜ ਹੈ, ਨਾ ਆਨੰਦ ਹੈ। ਪਰ ਗੁਰੂ ਕੋਲ ਹੈ ਸੱਚ, ਸਹਿਜ, ਆਨੰਦ। ਸਤਿਗੁਰੂ ਪਾਸ ਸੱਚੀ ਗੁਰਮਣੀਆਂ। ਸਤਿਗੁਰੂ ਜੀ ਦੇ ਕੋਲ ਨਾ ਸੱਚੀ ਮਣੀ ਹੈ, ਮਣੀ। ਮਣੀ ਬਹੁਤ ਕੀਮਤੀ ਚੀਜ਼ ਹੈ। ਅਸੀਂ ਕਹਿੰਦੇ ਵੀ ਨਾਗਮਣੀ ਹੈ, ਨਾਗਮਣੀ। ਬਈ ਮਣੀ ਜਿਹੜੀ ਹੁੰਦੀ ਹੈ ਨਾ ਬਈ, ਰਾਤ ਨੂੰ ਵੀ ਚਾਨਣਾ ਦਿੰਦੀ ਹੈ। ਰਾਤ ਨੂੰ ਹੈ ਲਾਈਟ ਵਰਦੀ ਹੈ, ਜਿਵੇਂ ਬੱਲਬ ਲਾਇਆ ਹੋਇਆ ਹੋਵੇ ਇਸ ਤਰ੍ਹਾਂ। ਸਿਰੋਮਣੀ, ਸਿਰ ਦੇ ਉੱਪਰ ਮਣੀ ਹੈ, ਕੀਮਤੀ ਮੋਤੀ, ਕੀਮਤੀ ਨਗ, ਕੀਮਤੀ ਨਗ ਵਾਂਗ ਹੈ। ਸਤਿਗੁਰੂ ਜੀ ਦੇ ਕੋਲ ਗੁਰ ਕਾ ਸ਼ਬਦ ਰਤਨ ਹੈ ਨਾ ਜਿਹੜਾ, ਉਹ ਇੱਕ ਮਣੀ ਵਾਂਗ ਹੈ, ਕੀਮਤੀ ਰਤਨ ਵਾਂਗ ਹੈ। ਇਹ ਵੀ ਤਾਂ ਗੁਣ ਹੈ ਨਾ ਗੁਰੂ ਜੀ ਦਾ, ਇਹ ਵੀ ਵਡਿਆਈ ਹੈ। ਨਾਨਕ ਸੰਤ ਸਵਾਰੇ ਭਾਰ ਬ੍ਰਹਮਾ, ਸੱਚੇ ਜਿਉ ਬਣਿਆ। ਅੰਤ ਵਿੱਚ ਗੁਰੂ ਜੀ ਨੇ ਫਰਮਾਇਆ, ਕਹਿੰਦੇ ਭਈ ਜਿਹੜੇ ਸੰਤ ਭਗਤ ਗੁਰਮੁਖ ਪਿਆਰੇ ਹਨ, ਉਹ ਪਰਮਾਤਮਾ ਨੇ ਆਪ ਹੀ ਸਵਾਰ ਦਿੱਤੇ, ਆਪ ਹੀ ਸਵਾਰ ਦਿੱਤੇ। ਸਾਜੇ ਵੀ, ਸਵਾਰੇ ਵੀ ਤੇ ਸੰਗਾਰੇ ਵੀ। ਸਾਜ ਕੇ, ਸਵਾਰ ਕੇ, ਸਿੰਗਾਰ ਕੇ ਐਨ ਆਪਣੇ ਵਰਗੇ ਹੀ ਬਣਾ ਲਏ। ਸੁਣ ਲਿਆ ਨਾ ਧਿਆਨ ਨਾਲ? ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਿਆਂ ਭਗਤਾਂ ਨੂੰ, ਆਪਣਿਆਂ ਸੰਤਾਂ ਨੂੰ, ਆਪਣਿਆਂ ਗੁਰਮੁਖ ਪਿਆਰਿਆਂ ਨੂੰ ਸਾਜ ਕੇ, ਸੰਵਾਰ ਕੇ, ਸਿੰਗਾਰ ਕੇ ਐਨ ਆਪਣੇ ਵਰਗਾ ਹੀ ਬਣਾ ਲਿਆ, ਬਿਲਕੁਲ ਹੂਬਹੂ ਆਪਣੇ ਵਰਗਾ ਹੀ। ਤਾਂ ਹੀ ਗੁਰਬਾਣੀ ਵਿੱਚ ਲਿਖਿਆ ਹੈ, ਹਰ ਹਰ ਜਨ ਦੋਏ ਇੱਕ ਹੈ, ਵਿਵ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ। ਤੇ ਦੂਸਰੇ ਲਫ਼ਜ਼ਾਂ ਵਿੱਚ ਕਹਿ ਦਿੱਤਾ, ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰਉ ਨਿਵਾਸ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸੱਜਣ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।